ਸਾਂਝੀਵਾਸ ਰੇਡੀਓ ਤੋਂ ਸ਼ਮਾ ਪੰਗੂ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਇਤਿਹਾਸ ਦੇ ਪੰਨੇ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਹਰਸ਼ਿੰਦਰ ਕੌਰ ਜੀ। ਤੇ ਅੱਜ ਅਸੀਂ ਜਦੋਂ ਇਤਿਹਾਸ ਦੇ ਪੰਨੇ ਫਰੋਲਾਂਗੇ ਤੇ ਉਹਨਾਂ ਵਿੱਚੋਂ ਗੱਲ ਕਰਾਂਗੇ ਕੁਸ਼ਾਲੀ ਦਹੀਆ ਜੀ ਬਾਰੇ। ਤੇ ਜਾਣਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਜੀ ਕੋਲੋਂ ਕਿ ਕੌਣ ਸੀ ਕੁਸ਼ਾਲੀ ਦਹੀਆ। ਹਾਂਜੀ, ਬਹੁਤ ਬਹੁਤ ਸਵਾਗਤ ਤੁਹਾਡਾ ਹਰਸ਼ਿੰਦਰ ਜੀ। ਸਤਿ ਸ਼੍ਰੀ ਅਕਾਲ। ਤੁਹਾਡੇ ਰਾਹੀਂ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਬਹੁਤ ਨਿੱਘੀ ਫਤਿਹ ਜੀ। ਤੇ ਅੱਜ ਫਿਰ ਆਪਾਂ ਜਿਸ ਤਰ੍ਹਾਂ ਪਹਿਲੇ ਵੀ ਗੱਲ ਕੀਤੀ ਹੈ ਕਿ ਆਪਾਂ ਗੱਲ ਕਰਾਂਗੇ ਕੁਸ਼ਾਲੀ ਦਹੀਆ ਜੀ ਬਾਰੇ। ਤੇ ਤੁਸੀਂ ਦੱਸੋ ਸਾਨੂੰ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਨੇ ਕੀ ਸਾਡੀ ਕੌਮ ਵਾਸਤੇ ਕੁਰਬਾਨੀ ਦਿੱਤੀ, ਉਹਦੀ ਗੱਲਬਾਤ ਕਰਾਂਗੇ ਅੱਜ ਅਸੀਂ। ਜੀ। ਵਾਕਈ ਦਰਅਸਲ ਕਈ ਜ਼ਿੰਦਗੀਆਂ ਜੇ ਆਪਾਂ ਵੇਖਦੇ ਹਾਂ ਤਾਂ ਸ਼ਾਇਦ ਉਹ ਸਿਰਫ ਕੋਈ ਇਤਿਹਾਸ ਸਿਰਜਣ ਲਈ ਹੀ ਹੁੰਦੀਆਂ ਨੇ, ਇਸ ਤਰ੍ਹਾਂ ਜਾਪਦਾ ਹੈ। ਕਿਉਂਕਿ ਜੇ ਅਸੀਂ ਇਹਨਾਂ ਦੀ ਜ਼ਿੰਦਗੀ ਵਿੱਚ ਝਾਤ ਮਾਰੀਏ ਤਾਂ ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜਾ ਸ਼ਾਇਦ ਅਸੀਂ ਕਿਆਸ ਵੀ ਨਹੀਂ ਲਾ ਸਕਦੇ। ਦੇਖੋ, ਇੱਕ ਛੋਟਾ ਜਿਹਾ ਬੱਚਾ ਦਗ ਦਗ ਕਰਦਾ ਚਿਹਰਾ, ਜਿਹਦਾ ਯਾਨੀ ਇੰਨਾ ਗੋਰਾ ਚਿੱਟਾ ਰੰਗ ਕਿ ਉਹਦੀ ਪਿਤਾ ਨੇ ਉਹਦਾ ਨਾਮ ਉਦੋਂ ਕੁਸ਼ਲ ਰੱਖਿਆ ਸੀ। ਦਹੀਆ ਬਿਰਾਦਰੀ ਚੋਂ ਇਹ ਸਨ ਤੇ ਅੱਤ ਦੇ ਗਰੀਬ ਸਨ। ਸੋ ਹੌਲੀ ਹੌਲੀ ਜਿਵੇਂ ਦਾ ਵੀ ਕਾਰੋਬਾਰ ਹੋਏਗਾ, ਇਸ ਬਾਰੇ ਕਿਤੇ ਲਿਖਿਆ ਮਿਲਦਾ ਨਹੀਂ ਕਿ ਕੀ ਕਾਰੋਬਾਰ ਸੀ। ਪਰ ਕਹਿੰਦੇ ਨੇ ਕਿ ਉਹ ਨਾਰੀ ਪਿੰਡ ਵਿੱਚ ਰਹਿੰਦੇ ਸਨ, ਜਿੱਥੋਂ ਫਿਰ ਉਹ ਤਬਦੀਲ ਹੋ ਕੇ ਗੜੀ ਦੇ ਵਿੱਚ ਜਾ ਕੇ ਰਹਿਣ ਲੱਗੇ, ਜੋ ਕਿ ਦਿੱਲੀ ਤੋਂ 20 ਕਿਲੋਮੀਟਰ ਦੂਰ ਹੈ। ਸੋ ਉੱਥੇ ਜਦੋਂ ਜਾ ਕੇ ਵਸੇ ਤਾਂ ਦਰਅਸਲ ਉਹ, ਕਿਉਂਕਿ ਉਹ ਦਹੀਆ ਪਿਛਲੇ ਜਿਸ ਥਾਂ ਤੇ ਪਿੰਡ ਤੇ ਸਨ, ਉਹੀ ਉਹਨਾਂ ਦੀ ਕਾਸਟ ਉਸ ਥਾਂ ਤੇ ਵੀ ਤੁਰਦੀ ਰਹੀ। ਸੋ ਆਪਣੀ ਮਿਹਨਤ ਨਾਲ, ਲਗਨ ਨਾਲ ਉੱਥੇ ਜਿਵੇਂ ਉਹਨਾਂ ਨੇ ਕੰਮ ਕੀਤਾ, ਘਰ ਬਣਾਇਆ ਆਪਣਾ। ਸੋ ਉਹੀ ਦਰਅਸਲ ਪਹਿਲਾਂ ਥੋੜਾ ਜਿਹਾ ਦੱਸ ਦਈਏ ਹੈ ਕਿੱਥੇ ਥਾਂ। ਇਹ ਸੋਨੀਪਤ ਦੇ ਨੇੜੇ ਤੇੜੇ ਹਰਿਆਣੇ ਦੇ ਵਿੱਚ ਥਾਂ ਜੀ। ਹੁਣ ਇਸ ਜੋ ਉਸ ਟੱਬਰ ਦਾ ਬੜੀ ਸਾਂਝ ਸੀ, ਜਿਵੇਂ ਪਿੰਡ ਵਿੱਚ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ, ਤੇ ਉਹ ਨਾਮ ਕੁਸ਼ਲ ਸੀ, ਪਰ ਮਾਂ ਪਿਆਰ ਨਾਲ ਕੁਸ਼ਾਲੀ ਕਹਿੰਦੀ ਸੀ। ਸੋ ਉਹੀ ਨਾਮ ਪਕਿਆਈ ਫੜ ਗਿਆ ਪਿੰਡ ਵਾਲੇ ਵੀ, ਕਿਉਂਕਿ ਉਹ ਬੜਾ ਹੱਸਣ ਖੇਡਣ ਕੇ ਰਲ ਮਿਲ ਕੇ ਰਹਿਣ ਵਾਲਾ ਸੀ, ਲਾਡਲਾ ਸੀ, ਹਰ ਕਿਸੇ ਦਾ ਕੰਮ ਖੁਸ਼ੀ ਨਾਲ ਮਹਿਸੂਸ ਕਰਦਾ ਸੀ। ਸੋ ਸਾਰੇ ਪਿੰਡ ਵਿੱਚ ਹੀ ਉਹ ਕੁਸ਼ਾਲੀ ਵਜੋਂ ਜਾਣਿਆ ਜਾਂਦਾ ਸੀ। ਹੁਣ ਹੌਲੀ ਹੌਲੀ ਕੀ ਹੋਇਆ ਕਿ ਉਸ ਸਮੇਂ ਆਪਾਂ ਨੂੰ ਪਤਾ ਹੀ ਹੈ ਕਿ ਜੋ ਹਾਲ ਸੀ, ਜਿਵੇਂ ਸਿੱਖ ਧਰਮ ਵੱਲ ਝੁਕਾਓ ਲੋਕਾਂ ਦਾ ਹੌਲੀ ਹੌਲੀ ਹੋ ਰਿਹਾ ਸੀ, ਜੋ ਦੱਬੇ ਕੁਚਲੇ ਸਨ, ਲੋੜਵੰਦ ਸਨ, ਜਿਨ੍ਹਾਂ ਨੂੰ ਦਿਸਦਾ ਸੀ ਸਾਡੇ ਹੱਕਾਂ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਸੋ ਉਹ ਸਾਰੇ, ਜਿਵੇਂ ਇਹ ਵੀ ਇਮਾਨਦਾਰ ਗੱਭਰੂ ਬਣਿਆ, ਤਾਂ ਇਹ ਵੀ ਹੌਲੀ ਹੌਲੀ ਗੁਰੂ ਸਾਹਿਬ ਨਾਲ ਉਹਨਾਂ ਦੇ ਹੀ ਲੜ ਲੱਗ ਗਿਆ ਤੇ ਗੁਰੂ ਘਰ ਦੇ ਨਾਲ ਬੜੀ ਡੂੰਘੀ ਸਾਂਝ ਗੰਢ ਲਈ। ਹੁਣ ਜਿੰਨੀ ਵਾਰ ਉਹਨੇ ਜਾਣਾ, ਹੌਲੀ ਹੌਲੀ ਇਹਦਾ ਵਿਆਹ ਆਪਣਾ ਵੀ ਹੋਇਆ, ਇਹਦਾ ਪੁੱਤਰ ਹੋਇਆ, ਉਹਦਾ ਨਾਮ ਬਹਾਦਰ ਸੀ ਜੋ ਇਹਨੇ ਰੱਖਿਆ। ਤੇ ਗੁਰੂ ਤੇਗ ਬਹਾਦਰ ਜੀ ਨਾਲ ਇਹ ਕਾਫੀ ਹੌਲੀ ਹੌਲੀ ਇਹ ਜੁੜ ਗਏ, ਇੰਨੇ ਕਿ ਉਹਨਾਂ ਦੀ ਅਰਦਾਸ ਹੋਣੀ ਤੇ ਨੇ ਉਹੀ ਚੀਜ਼ ਵਾਪਸ ਆ ਕੇ ਦੱਸਣੀ। ਪਿੰਡ ਵਿੱਚ ਵੀ ਕਾਫੀ ਸੇਵਾ ਉੱਥੇ ਨੇ ਆਪਣੇ ਸਿਰ ਵੀ ਲਈ ਗੁਰੂ ਘਰ ਵਿੱਚ। ਹੁਣ ਗੱਲ ਏਦਾਂ ਹੋਇਆ ਕਿ ਉਹ ਇੰਨੇ ਹੌਲੀ ਹੌਲੀ ਜੁੜ ਗਏ ਕਿ ਲੋਕੀ ਉਹਨਾਂ ਨੂੰ ਦਹੀਆ ਭੁੱਲ ਹੀ ਗਏ। ਸਾਰੇ ਜਣੇ ਭਾਈ ਕੁਸ਼ਲ ਜੀ ਕਹਿ ਕੇ ਹੀ ਸੱਦਦੇ ਸਨ, ਕਿਉਂਕਿ ਉਹਨਾਂ ਨੇ ਰੂਪ ਸਾਰਾ ਉਹੀ ਧਾਰਨ ਕਰ ਲਿਆ, ਕੇਸ ਰੱਖ ਲਏ, ਦਾੜੀ ਰੱਖੀ, ਸਾਰਾ ਮਤਲਬ ਉਹਨਾਂ ਨੇ ਪੂਰਨ ਰੂਪ ਵਿੱਚ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਸੋ ਹੌਲੀ ਹੌਲੀ ਉਹਨਾਂ ਦੀ ਛਤਰ ਛਾਇਆ ਹੇਠ ਜੋ ਸੋਚ ਸੀ, ਸਿੱਖੀ ਸੋਚ, ਉਹਨੂੰ ਤਨੋ ਮਨੋ ਧਨੋ ਯਾਨੀ ਅਪਣਾ ਲਿਆ। ਹੁਣ ਪੁੱਤਰ ਵੀ ਹੌਲੀ ਹੌਲੀ ਕੇਸਾਧਾਰੀ ਬਣ ਗਿਆ, ਜੋ ਬਹਾਦਰ ਜਿਹੜਾ ਉਹਨਾਂ ਨੇ ਨਾਮ ਰੱਖਿਆ ਸੀ। ਤੇ ਜਦੋਂ ਆਪਾਂ ਸਭ ਜਾਣਦੇ ਹੀ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਪ੍ਰਤਿਭਾ ਚੁਫੇਰੇ ਫੈਲੀ, ਦੁਸ਼ਮਣ ਹੋਰ ਵਧੇ, ਹਾਕਮਾਂ ਦੀਆਂ ਅੱਖਾਂ 'ਚ ਰੜਕ ਇਹਨਾਂ ਨੇ ਜਿੰਨੀ ਵਧੀ ਗਈ, ਤਾਂ ਉਹ ਅਖੀਰ ਫਿਰ ਸਮਾਂ ਆਪਾਂ ਨੂੰ ਪਤਾ ਹੈ ਕਿਵੇਂ ਹੋਇਆ। ਇਤਿਹਾਸ ਗਵਾਹ ਹੈ ਕਿ ਕਸ਼ਮੀਰੀ ਪੰਡਤ ਜਦੋਂ ਆਏ ਕਿ ਸਾਨੂੰ ਤਾਂ ਜੀ ਇੰਨਾ ਸਾਡੇ ਤੇ ਜ਼ੁਲਮ ਢਾਇਆ ਗਿਆ ਤੇ ਸਾਨੂੰ ਉਹਨਾਂ ਨੇ ਕਿਹਾ ਧਰਮ ਤਬਦੀਲ ਕਰੋ, ਤੇ ਤੁਸੀਂ ਹੀ ਸਾਨੂੰ ਇੱਕ ਆਸ ਦਿਸੇ ਸੀ, ਤੁਸੀਂ ਦੇਖੋ ਜੇ ਸਾਡਾ ਕੋਈ ਰਹਿਬਰ ਬਣ ਸਕਦਾ ਹੈ। ਆਪਾਂ ਨੂੰ ਉਹ ਵੀ ਪਤਾ ਹੈ ਕਿ ਜਿਸ ਤਰੀਕੇ ਦੀਆਂ ਉਦੋਂ ਸ਼ਹਾਦਤਾਂ ਹੋਈਆਂ, ਜਿਹੜੇ ਨਾਲ ਸਿੰਘ ਗਏ ਸੀ, ਕਿੰਨੇ
ਤਸੀਹੇ ਦੇ ਕੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਸੋ ਫਿਰ ਅਖੀਰ ਜੋ ਭਾਣਾ ਵਾਪਰਿਆ ਸਾਨੂੰ ਪਤਾ ਜੇ ਕਿ ਕਹਿਰ ਦਾ ਵਾਵ ਰੋਲਾ ਸੀ ਜਦੋਂ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਤਾਂ ਉਹ ਲੋਕ ਸਹਿਮ ਨਾਲ ਦੁਬਕ ਗਏ ਸਨ, ਡਰੇ ਪਏ ਸਨ, ਕਿਉਂਕਿ ਇੰਨੇ ਜ਼ਾਲਮ ਸਨ ਕਿ ਹਰ ਕਿਸੇ ਨੂੰ ਐਂ ਲੱਗਦਾ ਸੀ ਪਰੇ ਅਸੀਂ ਅਗਲੀ ਵਾਰੀ ਸਾਡੀ ਨਾ ਹੋਵੇ, ਅਸੀਂ ਵੀ ਬਚਾਂਗੇ ਕਿ ਨਹੀਂ। ਸੋ ਜ਼ੁਲਮ ਦੀ ਇੱਕ ਤਰੀਕੇ ਆਪਾਂ ਸਮਝ ਹੀ ਸਕਦੇ ਹਾਂ, ਹਨੇਰੀ ਸੀ। ਤੇ ਉਹੀ ਕਹਿਰ ਸੀ ਜਦੋਂ ਆਪਾਂ ਦੇਖ ਸਕਦੇ ਹਾਂ, ਕੁਦਰਤੀ ਕਹਿਰ ਵੀ, ਕਿਉਂਕਿ ਉਸ ਸਮੇਂ ਜਿੰਨੀ ਕਹਿੰਦੇ ਨੇ ਹਨੇਰੀ ਵਗੀ, ਕੁਛ ਦਿਸਦਾ ਹੀ ਨਹੀਂ ਸੀ, ਸਾਰੀਆਂ ਫੌਜਾਂ ਉਹਨਾਂ ਦੀਆਂ ਵੀ ਤਿੱਤਰ ਬਿੱਤਰ ਹੋਈਆਂ। ਤੇ ਉਸੇ ਜੋ ਹਨੇਰੀ ਦਾ ਫਾਇਦਾ ਚੁੱਕ ਕੇ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਜਦੋਂ ਚੁੱਕਿਆ ਕਿ ਮੈਂ ਕਿਸੇ ਹੀ ਤਰੀਕੇ, ਕਿਉਂਕਿ ਉਦੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਗੁਰੂ ਸਾਹਿਬ ਦੇ ਸੀਸ ਤੇ ਧੜ ਦੀ ਬੇਅਦਬੀ ਕੀਤੀ ਜਾਏਗੀ, ਜਿਹੜੀ ਸਿੰਘਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਸਕਦੀ। ਸੋ ਜਿਹੜੇ ਤਨੋ ਮਨੋ ਜੁੜੇ ਹੋਏ ਸਨ ਸਿੱਖ ਧਰਮ ਨਾਲ, ਸਿੱਖ ਸੋਚ ਨਾਲ, ਤਾਂ ਉਹਨਾਂ ਨੂੰ ਕਿਸੇ ਵੀ ਹਾਲ ਵਿੱਚ ਇਹ ਨਹੀਂ ਸੀ ਗੁਜ਼ਾਰਾ ਕਿ ਇਹ ਕਿਉਂ ਸਾਡੇ ਗੁਰੂ ਦੀ ਬੇਅਦਬੀ ਕਰਨਗੇ। ਸੋ ਈਵਨ ਜਿਹੜੇ ਡਰੇ ਹੋਏ ਵੀ ਲੋਕ ਸਨ, ਸਹਿਮੇ ਹੋਏ ਵੀ ਸਨ, ਉਹਨਾਂ ਵਿੱਚੋਂ ਵੀ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਉੱਠੀ ਕਿ ਬਈ ਜ਼ੁਲਮ ਸਿਖਰ ਦਾ ਏ ਤੇ ਇਹਦੇ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ। ਸੋ ਉਸ ਤਗੜੀ ਹਨੇਰੀ 'ਚ ਜਦੋਂ ਕੁਝ ਵੀ ਦਿਸ ਨਹੀਂ ਸੀ ਰਿਹਾ, ਭਾਈ ਜੈਤਾ ਜੀ ਨੇ ਸੀਸ ਚੁੱਕਿਆ, ਛਾਤੀ ਨਾਲ ਲਾਇਆ ਤੇ ਉਹਨਾਂ ਕਿਹਾ ਕਿ ਮੈਂ ਆਨੰਦਪੁਰ ਸਾਹਿਬ ਲੈ ਕੇ ਜਾਣਾ ਤੇ ਉੱਥੇ ਮਾਂ ਗੁਜਰੀ ਜੀ ਕੋਲ ਤੇ ਮੈਂ ਬਾਲ ਗੁਰੂ ਗੋਬਿੰਦ ਸਿੰਘ ਜੀ ਕੋਲੇ ਪਹੁੰਚਾਉਣਾ। ਸੋ ਰਾਹ ਵਿੱਚ ਕਿਉਂਕਿ ਹਨੇਰੀ ਬੜੀ ਤਗੜੀ ਸੀ, ਹਨੇਰਾ ਵੀ ਹੋਈ ਜਾਂਦਾ ਸੀ, ਸੋ ਉਹਨਾਂ ਨੇ ਗੱਲ ਦਰਅਸਲ ਇਹ ਸੋਚੀ ਆਪਣੇ ਮਨ ਵਿੱਚ ਕਿ ਮੈਂ ਰਾਹ ਵਿੱਚ ਥੋੜਾ ਜਿਹਾ ਰਤਾ ਟਿਕ ਜਾਵਾਂ, ਥੋੜਾ ਮੌਸਮ ਠੀਕ ਹੋਵੇ ਤਾਂ ਮੈਂ ਲੰਘ ਜਾਣਾ ਅੱਗਾ। ਸੋ ਉਸ ਜੋ ਕਹਿਰ ਬਰਪਿਆ ਪਿਆ ਸੀ ਉਸ ਦੌਰਾਨ ਉਹ ਸੀਸ ਲਪੇਟ ਕੇ ਤੇ ਭਾਈ ਕੁਸ਼ਲ ਜੀ ਦੇ ਘਰ ਪਹੁੰਚ ਗਏ ਜੀ। ਭਾਈ ਕੁਸ਼ਲ ਜੀ ਕੋਲ ਜਦੋਂ ਰੁਕੇ, ਜ਼ਾਹਰ ਕੇ ਸਾਰਾ ਚੁਫੇਰੇ ਵੀ ਇਹ ਖਬਰ ਫੈਲੀ ਕਿ ਏਦਾਂ ਇੱਥੇ ਸੀਸ ਲੈ ਕੇ ਆਏ ਨੇ, ਤੇ ਸਾਰੇ ਜਿਹੜੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਉਹ ਵੀ ਸੀਸ ਦੇ ਦਰਸ਼ਨ ਕਰਨ ਆਉਣ ਲੱਗ ਪਏ, ਸੇਵਾ ਕਰਨੀ ਸ਼ੁਰੂ ਕੀਤੀ ਜੈਤਾ ਜੀ ਦੀ। ਉਹਨਾਂ ਨੂੰ ਕੋਈ ਉਹਨਾਂ ਦੀ ਜਿਹੜੀ ਪਤਨੀ ਸੀਗੀ ਭਾਈ ਕੁਸ਼ਲ ਜੀ ਦੀ, ਉਹ ਰੋਟੀ ਪਾਣੀ ਵੱਲ ਲੱਗੀ ਫਟਾਫਟ ਕੇ ਕਰੀਏ। ਇਹਨੇ ਨੂੰ ਖਬਰ ਪਹੁੰਚੀ ਕਿ ਮੁਗਲ ਫੌਜਾਂ ਉਸੇ ਹੀ ਪਿੰਡ ਵੱਲ ਨੂੰ ਆ ਗਈਆਂ ਨੇ, ਕੋਈ ਖਬਰੀ ਜਿਹਨੇ ਦੱਸ ਦਿੱਤਾ ਕਿ ਸੀਸ ਇੱਥੇ ਲੈ ਕੇ ਆਏ ਨੇ। ਹੁਣ ਬਾਰ-ਬਾਰ ਪਹੁੰਚ ਗਈਆਂ ਸਨ, ਘੇਰਾ ਪਾਉਣ ਦੀ ਤਿਆਰੀ ਵਿੱਚ ਸਨ ਪਿੰਡ ਨੂੰ ਕਿ ਇੱਥੇ ਜੇ ਸੀਸ ਹੈ ਤਾਂ ਅਸੀਂ ਫੜ ਲਈਏ। ਹੁਣ ਇਹ ਮੌਕੇ ਦੀ ਨਜ਼ਾਕਤ ਵੇਖਦਿਆਂ ਪਿੰਡ ਵਾਲਿਆਂ ਨੇ ਕਿਹਾ ਭਾਈ ਇੱਕੋ ਇੱਕ ਤਰੀਕਾ ਬਚਿਆ, ਜੇ ਅਸੀਂ ਭਾਈ ਜੈਤਾ ਜੀ ਨੂੰ ਇੱਥੋਂ ਲੰਘਾਉਣਾ ਹੈ ਕਿ ਸੀਸ ਲੈ ਕੇ ਲੰਘ ਜਾਓ, ਤਾਂ ਉਹਦਾ ਤਰੀਕਾ ਇਹੋ ਹੈ ਕਿ ਕੋਈ ਹੋਰ ਸੀਸ ਅਸੀਂ ਜਿਹੜਾ ਮਿਲਦਾ ਜੁਲਦਾ ਹੋਵੇ ਉਸ ਤਰ੍ਹਾਂ ਦਾ ਸੀਸ ਜੇ ਦੇ ਦਈਏ ਮੁਗਲ ਫੌਜਾਂ ਨੂੰ, ਤਾਂ ਜਿੱਥੇ ਭਾਈ ਜੈਤਾ ਜੀ ਲੰਘ ਵੀ ਜਾਣਗੇ ਉੱਥੇ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਰੋਕ ਵੀ ਸਕਾਂਗੇ। ਗੱਲ ਬੜੀ ਡੂੰਘੀ ਸੀ ਕਿ ਇੱਕ ਸੀਸ ਚਾਹੀਦਾ ਦਾ ਮਤਲਬ ਹੈ ਕਿਸੇ ਨੂੰ ਉਸੇ ਸਕਿੰਟ ਖੜੇ ਖੜੋਤੇ ਆਪਣਾ ਸਿਰ ਦੇਣਾ ਸੀ, ਯਾਨੀ ਮੌਤ ਨੂੰ ਚੁੰਮਣਾ ਸੀ। ਹੁਣ ਅਜਿਹੇ ਮੌਕੇ, ਜਿਵੇਂ ਮੈਂ ਸ਼ੁਰੂ 'ਚ ਹੀ ਦੱਸਿਆ ਕਿ ਬੜੇ ਲੋਕ ਕਹਿੰਦੇ ਸਨ ਕਿ ਇਹਨਾਂ ਦੀ ਸ਼ਕਲ ਸੂਰਤ ਕਾਫੀ ਹੱਦ ਤੱਕ ਗੁਰੂ ਸਾਹਿਬ ਨਾਲ ਮਿਲਦੀ ਸੀ, ਇਹ ਗੋਰੇ ਚਿੱਟੇ ਸਨ, ਸ਼ੁਰੂ ਤੋਂ ਹੀ ਦਗ ਦਗ ਕਰਦਾ ਇਹਨਾਂ ਦਾ ਚਿਹਰਾ ਸੀ। ਸੋ ਕਮਾਲ ਇਹ ਵੇਖੋ ਕਿ ਜਿਸ ਤਰੀਕੇ ਦੇ ਅੱਖ ਤੇ ਫੋਰ ਵਿੱਚੋਂ ਫੈਸਲਾ ਲਿਆ ਗਿਆ, ਉਹ ਆਪਾਂ ਨੂੰ ਸਮਝ ਆ ਜਾਂਦੀ ਹੈ ਕਿ ਕੋਈ ਕਿਵੇਂ ਤੇ ਕਿੰਨੀ ਡੂੰਘੀ ਤਰੀਕੇ ਪ੍ਰਣਾਇਆ ਹੁੰਦਾ ਜੇ ਗੁਰੂ ਘਰ ਦੇ ਨਾਲ, ਕਿ ਇੱਕ ਸਕਿੰਟ ਤੋਂ ਵੀ ਪਹਿਲਾਂ ਸੋਚਣ ਤੋਂ ਪਹਿਲਾਂ, ਯਾਨੀ ਆਪਾਂ ਨੂੰ ਵੀ ਸਾਹਮਣੇ ਮੌਤ ਦਿਸੇ ਤੇ ਆਪਾਂ ਬੜਾ ਕੁਝ ਸੋਚਣ ਲੱਗ ਸਕਦੇ ਹਾਂ। ਕੋਈ ਕਹਿ ਸਕਦਾ ਮੇਰਾ ਘਰ-ਬਾਰ, ਮੇਰਾ ਪੁੱਤਰ, ਮੇਰੇ ਕੰਮਕਾਰ, ਯਾਨੀ ਮੇਰਾ ਇੰਨਾ ਕੁਛ ਮੈਂ ਹੀ ਕਿਵੇਂ ਛੱਡ ਦੇਵਾਂ, ਪਰ ਉਹ ਅੱਖ ਦੇ ਫੋਰ ਵਿੱਚ ਕਹਿਣ ਲੱਗੇ ਕਿ ਮੇਰਾ ਸੀਸ ਹਾਜ਼ਰ ਹੈ। ਦੇਖੋ ਕਿ ਪੁੱਤਰ ਵੀ ਨਾ ਰੋਇਆ ਤੇ ਨਾ ਪਤਨੀ ਰੋਈ, ਉਹਨਾਂ ਨੇ ਹੱਥ ਜੋੜ ਦਿੱਤੇ, ਕਿਉਂਕਿ ਜੋ ਅਸਲ ਸਾਨੂੰ ਢੰਗ ਤੇ ਤਰੀਕਾ ਸਿਖਾਇਆ ਕਿ ਜੇ ਗੁਰੂ ਘਰ ਨਾਲ ਜੁੜੇ ਹੋਵੋ ਤਾਂ ਉਹਦਾ ਮਤਲਬ ਇਹੋ ਹੁੰਦਾ ਜੇ
ਕਿ ਤੁਸੀਂ ਸੱਚਮੁੱਚ ਸੱਚ ਤੇ ਹੱਕ ਲਈ ਜਾਨ ਵਾਰਨ ਨੂੰ ਤਿਆਰ ਹੋਵੋ ਤੇ ਤੁਸੀਂ ਦੁਨਿਆਵੀ ਚੀਜ਼ਾਂ ਨਾਲ ਮੋਹ ਨਾ ਪਾਲੋ, ਜਦ ਕਿ ਪਤਾ ਜੇ ਕਿ ਮੌਤ ਅਟਲ ਸੱਚ ਏ। ਸੋ ਉਸ ਮੌਤ ਨੂੰ ਮਿਸਾਲੀ ਕਿਵੇਂ ਬਣਾਉਣਾ ਜੇ, ਇਹ ਢੰਗ ਸਿਰਫ ਸਿੱਖ ਧਰਮ ਸਿਖਾ ਸਕਦਾ ਜੇ। ਤੇ ਇਹੋ ਕਾਰਨ ਸੀ ਕਿ ਕੁਝ ਵੀ ਚੀਜ਼ ਸੋਚੇ ਬਗੈਰ ਭਾਈ ਕੁਸ਼ਲ ਜੀ ਨੇ ਝੱਟ ਕਿਹਾ ਕਿ ਮੈਂ ਅਰਦਾਸ ਕਰਨ ਲੱਗਾ। ਤੇ ਮੈਂ ਆਪਣੇ ਫਿਰ ਪੁੱਤਰ ਨੂੰ ਕਹਿਣ ਲੱਗੇ ਵੀ ਬਹਾਦਰ ਚੱਲ, ਸਮਾਂ ਆਇਆ ਆਪਾਂ ਗੁਰੂ ਘਰ ਲਈ ਕੋਈ ਕੁਰਬਾਨੀ ਦੇਣੀ ਹੈ, ਤੇ ਤੂੰ ਤੇਗ ਲੈ ਕੇ ਆ ਅੰਦਰੋਂ, ਤੇ ਮੇਰਾ ਸੀਸ ਜਦੋਂ ਵੀ ਆਣਗੀਆਂ ਮੁਗਲ ਫੌਜਾਂ ਨੂੰ ਦੇ ਦਿੱਤਾ ਜਾਵੇ। ਸੋ ਉਹਨਾਂ ਨੇ ਪੂਰੇ ਪਿੰਡ ਨੇ ਜਿਵੇਂ ਉੱਥੇ ਸਵਾਗਤ ਕੀਤਾ ਕਿ ਇਹੋ ਜਿਹਾ ਦਲੇਰਾਨਾ ਫੈਸਲਾ ਕੋਈ ਸਿਰੇ ਦਾ ਹੀ ਲੈ ਸਕਦਾ ਹੈ ਜਿਹੜਾ ਗੁਰੂ ਘਰ ਨਾਲ ਸੱਚੀ ਮੁੱਚੀ ਇੰਨੀ ਡੂੰਘਾਈ ਨਾਲ ਜੁੜ ਗਿਆ ਹੋਵੇ। ਸੋ ਉਸ ਜੋ ਅਰਦਾਸ ਲਿਖੀ ਮਿਲਦੀ ਜੇ ਕਿ ਭਾਈ ਕੁਸ਼ਲ ਜੀ ਨੇ ਜ਼ਮੀਨ ਉੱਤੇ ਬੈਠ ਕੇ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਕੀਤੀ ਤੇ ਕਿਹਾ, ਇਹ ਸੱਚੇ ਪਾਤਸ਼ਾਹ ਇਸ ਨਿਮਾਣੇ ਸਿੱਖ ਦਾ ਸੀਸ ਪ੍ਰਵਾਨ ਕਰਨਾ। ਆਪ ਜੀ ਦੇ ਸੀਸ ਦੇ ਥਾਂ ਤੇ ਮੈਂ ਆਪਣਾ ਸੀਸ ਰਖਵਾਉਣ ਦੀ ਹਿਮਾਕਤ ਕਰ ਰਿਹਾ। ਸੋ ਮੇਰੇ ਤਾਂ ਜੋ ਆਪ ਜੀ ਦੇ ਸੀਸ ਦਾ ਨਿਰਾਦਰ ਨਾ ਹੋਵੇ। ਸੋ ਇਹ ਭੇਟਾ ਕਬੂਲ ਕਰਨਾ, ਖਿਮਾ ਕਰਨਾ ਜੇ ਕੁਝ ਮੇਰੇ ਤੋਂ ਕੁਝ ਮਾੜਾ ਚੰਗਾ ਕਹਿ ਗਿਆ ਹੋਏ, ਕੋਈ ਗਲਤੀ ਹੋਵੇ। ਸੋ ਹੱਥ ਜੋੜ ਕੇ ਬੈਠੇ ਸਨ ਇਸੇ ਤਰ੍ਹਾਂ। ਤਾਂ ਫਿਰ ਪੁੱਤਰ ਨੇ ਉਹਨਾਂ ਨੂੰ ਸ਼ਹੀਦ ਕੀਤਾ, ਕਿ ਸੀਸ ਅਲੱਗ ਕਰ ਦਿੱਤਾ। ਤੇ ਫਿਰ ਸਾਰਾ ਪਿੰਡ ਕਹਿੰਦੇ ਨੇ ਉਦੋਂ ਰੋਇਆ, ਇੱਕ ਵੀ ਅੱਖ ਐਸੀ ਨਹੀਂ ਸੀ ਜਿਹੜੀ ਨਮ ਨਾ ਹੋਈ ਹੋਵੇ, ਕਿਉਂਕਿ ਇਹ ਅਸਲ ਪਿਆਰ ਹੁੰਦਾ ਜੇ ਕਿਸੇ ਦਾ। ਇਸ਼ਕ ਜਿਹਨੂੰ ਕਹਿ ਸਕਦੇ ਆ ਸਿਖਰ ਦਾ, ਕਿ ਕੋਈ ਰੱਬ ਨਾਲ ਜਦੋਂ ਕਹਿੰਦੇ ਆ ਕਰਦਾ ਹੈ, ਤਾਂ ਇਹ ਸਹੀ ਮਾਇਨਿਆਂ ਵਿੱਚ ਇੱਕ ਸਿਖਰਲਾ ਪਿਆਰ ਸੀ ਉਸ ਗੁਰੂ ਘਰ ਪ੍ਰਤੀ ਜਿਹੜਾ ਉਹਨਾਂ ਨੇ ਦਿਖਾਇਆ। ਹੁਣ ਕਮਾਲ ਵੇਖੋ ਕਿ ਉਸ ਦਿਨ ਤੋਂ ਬਾਅਦ ਸਾਰਾ ਪਿੰਡ ਵਾਪਸ ਉਹੀ ਸ਼ਬਦ ਜੋ ਮਾਂ ਕਿਹਾ ਕਰਦੀ ਸੀ, ਮੇਰਾ ਕੁਸ਼ਾਲੀ, ਤਾਂ ਉਹੀ ਪਿੰਡ ਵਿੱਚ ਅੱਜ ਤੱਕ ਵੀ ਉਹ ਕੁਸ਼ਾਲੀ ਦਾ ਨਾਮ ਹੀ ਮਸ਼ਹੂਰ ਹੈ। ਕੁਸ਼ਲ ਨਹੀਂ ਕੋਈ ਕਹਿੰਦੇ, ਭਾਵੇਂ ਉਸ ਪਿੰਡ ਦਾ ਨਾਮ ਉਹਨਾਂ ਦੇ ਉੱਤੇ ਫਿਰ ਕੁਸ਼ਲਗੜ੍ਹ ਰੱਖ ਦਿੱਤਾ ਗਿਆ। ਤੇ ਸਾਰਾ ਪਿੰਡ ਹੀ ਭਾਈ ਕੁਸ਼ਾਲੀ ਜੀ ਤੇ ਕੁਸ਼ਾਲੀ ਦਈਆ ਜੀ ਇਸੇ ਤਰ੍ਹਾਂ ਹੀ ਕਹਿ ਕੇ ਉਹਨਾਂ ਨੂੰ ਯਾਨੀ ਉਹਨਾਂ ਨੂੰ ਯਾਦ ਕਰਦੇ ਰਹੇ। ਪਰ ਗੱਲ ਫਿਰ ਵੇਖੋ ਕਿ ਜਦੋਂ ਖਾਲਸਾ ਸਿਰਜਿਆ ਗਿਆ ਤਾਂ ਇਸ ਪਿੰਡ ਦੀ ਮਹੱਤਤਾ ਉਦੋਂ ਹੋਰ ਵਧੀ ਕਿ ਉਹਨਾਂ ਨੇ ਕਿਹਾ ਜੀ ਖਾਲਸਾ ਸਾਡਾ ਸਭ ਤੋਂ ਪਹਿਲਾਂ ਤਾਂ ਸਾਡੇ ਹੀ ਪਿੰਡ ਚ ਅਸਲ ਚ ਸਾਜਿਆ ਗਿਆ ਸੀ। ਉਸ ਪਿੰਡ ਦਾ ਨਾਂ ਹੀ ਬੱਡ ਖਾਲਸਾ ਕਰ ਦਿੱਤਾ ਗਿਆ। ਅੱਜ ਦੇ ਦਿਨ ਵੀ ਇਹੀ ਬੱਡ ਖਾਲਸਾ ਦੇ ਨਾਂ ਨਾਲ ਹੀ ਮਸ਼ਹੂਰ ਹੈ। ਉਦੋਂ ਉਹਨਾਂ ਦਾ ਸੀਸ ਨੇਜ਼ੇ ਤੇ ਟੰਗ ਕੇ ਸਾਰੇ ਜਿਵੇਂ ਸ਼ਹਿਰ ਚ ਘੁਮਾਇਆ ਗਿਆ, ਬੇਅਦਬੀ ਕੀਤੀ ਗਈ। ਉਹਨਾਂ ਇਹੀ ਸੋਚਿਆ ਕਿ ਗੁਰੂ ਸਾਹਿਬ ਦਾ ਸੀਸ ਹੈ। ਸੋ ਉਹ ਚੀਜ਼ ਵਾਪਰੀ ਤੇ ਸੀਸ ਵਾਪਸ ਤਾਂ ਖੈਰ ਮਿਲਣਾ ਹੀ ਕੀ ਸੀ। ਪਰ ਫਿਰ ਵੀ ਜੋ ਉਹਨਾਂ ਨੇ ਉਸ ਸਮੇਂ ਕੁਰਬਾਨੀ ਕੀਤੀ, ਉਹਦਾ ਅੱਜ ਦੇ ਦਿਨ ਵੀ ਜੇ ਉਸ ਪਿੰਡ ਵਿੱਚ ਜਾਓ ਨਾ, ਤਾਂ ਕਮਾਲ ਇਹ ਹੁੰਦਾ ਹੈ ਕਿ ਉੱਥੇ ਜਿਹੜੇ ਵੀ ਦਈਆ ਬਿਰਾਦਰੀ ਦਾ ਜੇ ਤੁਹਾਨੂੰ ਕੋਈ ਮਿਲਦਾ ਜੇ ਨਾ, ਤੇ ਉਹ ਛਾਤੀ ਤੇ ਹੱਥ ਰੱਖ ਕੇ ਇੰਜ ਕਰਦਾ, ਹਮਾਰਾ दैया, हम उसी के खानदान से हैं और हम पहले हैं जो खालसे बने थे। यानी कमाल दी गल है कि उस थां ते जो प्यार, जो मुहब्बत, जो खलूस, ते जिवें उस थां ते गुरुद्वारा भी उसारिया गया, ਤੁਸੀਂ ਜਾਓ ਤੇ ਉਹ ਪਲਕਾਂ ਤੇ ਚੁੱਕ ਲੈਂਦੇ ਨੇ। ਇੰਨਾ ਪਿਆਰ ਕਰਦੇ ਨੇ ਕਿ ਅਸੀਂ ਇਸ ਕੌਮ ਦੇ ਨਾਲ ਅਸੀਂ ਇੱਕ ਹਿੱਸਾ, ਯਾਨੀ ਪਰਾਂ ਵੀ ਆਪਣੇ ਆਪ ਨੂੰ ਨਹੀਂ ਗਿਣਦੇ ਕਿ ਅਸੀਂ ਸੱਚ ਤੇ ਹੱਕ ਲਈ ਇਸ ਪੱਧਰ ਤੱਕ ਜਾ ਸਕਦੇ ਹਾਂ। ਉਸ ਪਿੰਡ ਨੇ ਨਾ ਸਿਰਫ ਉਹ ਇਤਿਹਾਸ ਸਾਂਭਿਆ, ਬਲਕਿ ਉਸ ਪਿੰਡ ਚੋਂ ਅੱਗੋਂ ਲੋਕਾਂ ਨੇ ਆਪਣੇ ਪੁੱਤਰਾਂ ਨੂੰ ਹੋਰ ਤਗੜਾ ਕਰਦਿਆਂ ਉਸ ਥਾਂ ਤੇ ਇਸ ਵੇਲੇ ਵੀਰ ਚੱਕਰ ਵਿਜੇਤਾ ਵੀ ਨੇ, ਯਾਨੀ ਦੇਸ਼ ਦੀ ਆਜ਼ਾਦੀ ਲਈ ਵੀ ਜਾਨਾਂ ਵਾਰੀਆਂ, ਤੇ ਹੁਣ ਤੱਕ ਵੀ ਸਰਹੱਦਾਂ ਤੇ ਜਾਨਾਂ ਵਾਰਦੇ ਪਏ ਨੇ। ਯਾਨੀ ਉਹ ਬਹਾਦਰੀ ਦੀ ਮਿਸਾਲ ਅਗਾਂਹ ਤੁਰੀ ਜਾਂਦੀ ਜੇ, ਤੇ ਉਹ ਅੱਜ ਵੀ ਮੰਨਦੇ ਨੇ ਕਿ ਅਸੀਂ ਉਸੇ ਪੁਸ਼ਤ ਚੋਂ ਆ, ਅਸੀਂ ਕੁਸ਼ਲ ਦਈਆ ਜੀ ਦੇ ਪਿੰਡ ਚੋਂ ਹੀ ਆ। ਸੋ ਕੁਸ਼ਾਲੀ ਜਿਹੜਾ ਉਹਨਾਂ ਨੇ ਜੋ 11 ਨਵੰਬਰ ਸਨ 1675 ਦੇ ਵਿੱਚ
ਜੋ ਉਹਨਾਂ ਨੇ ਆਪਣਾ ਸੀਸ ਦੇ ਦਿੱਤਾ, ਉਸ ਨੂੰ ਅੱਜ ਵੀ ਨਤਮਸਤਕ ਹੁੰਦੇ ਨੇ ਉਸ ਥਾਂ ਤੇ, ਕਿਉਂਕਿ ਸਾਰੀ ਜਿੰਨੇ ਵੀ ਸਿੱਖ ਧਰਮ ਨਾਲ ਜੁੜੇ ਨੇ ਉਹਨਾਂ ਨੇ ਤਾਂ ਜਾਣਾ ਹੀ ਉੱਥੇ ਉਸ ਗੁਰੂ ਘਰ ਵਿੱਚ, ਪਰ ਜਿਹੜੇ ਉਸ ਪਿੰਡ ਦੇ ਜਾਂ ਦਈਆ ਕਮਿਊਨਿਟੀ ਸਾਰੀ ਵੀ ਉੱਥੇ ਹਾਜ਼ਰੀ ਭਰਦੀ ਹੈ ਕਿ ਅਸੀਂ ਵੀ ਉਸ ਹਿੰਦ ਦੀ ਚਾਦਰ ਦੇ ਨਾਲ ਜੁੜੇ ਹੋਏ ਹਾਂ, ਆਪਣਾ ਵੱਡਾ ਵਡੇਰਾ ਹੀ ਉਹਨਾਂ ਨੂੰ ਮੰਨਦੇ ਨੇ। ਸੋ ਇਹ ਪਿਆਰ, ਮੁਹੱਬਤ, ਖਲੂਸ ਜੋ ਉੱਥੇ ਜਾਣਾ ਤੇ ਫਿਰ ਮਹਿਸੂਸ ਕਰਨਾ, ਕੁਝ ਵਾਕਈ ਸਾਨੂੰ ਚੀਜ਼ਾਂ ਯਾਦ ਕਰਵਾਉਂਦਾ ਜੇ ਕਿ ਸਿੱਖੀ ਸੋਚ ਕਿਤੇ ਇੱਕ ਥਾਂ ਤੇ ਸੀਮਤ ਨਹੀਂ ਕੀਤੀ ਜਾ ਸਕਦੀ ਕਿ ਕੋਈ ਜਿਹੜਾ ਇਸ ਧਰਮ ਵਿੱਚ ਜੰਮ ਪਿਆ ਉਹੀ ਪੁਸ਼ਤ ਦਰ ਪੁਸ਼ਤ ਬਣੇਗਾ। ਜਿਹੜਾ ਵੀ ਜਿਹੜਾ ਦੁਨੀਆ ਭਰ ਵਿੱਚ ਸਿੱਖ ਬਣਨਾ ਚਾਹਵੇ, ਸਿੱਖੀ ਸੋਚ ਨਾਲ ਜੁੜਨਾ ਚਾਹਵੇ, ਜੋ ਦੂਜੇ ਦੇ ਹੱਕਾਂ ਨੂੰ ਜਦੋਂ ਮਾਰੇ ਜਾ ਰਹੇ ਹੁਣ ਆਵਾਜ਼ ਚੁੱਕਣ ਦੀ ਦਮ ਰੱਖਦਾ ਹੋਏ, ਉਹ ਸਹੀ ਮਾਇਨੇ ਵਿੱਚ ਖਾਲਸ ਇਨਸਾਨ ਹੁੰਦਾ ਹੈ। ਤੇ ਅਜਿਹੇ ਖਾਲਸ ਇਨਸਾਨਾਂ ਲਈ ਹਮੇਸ਼ਾ ਦੁਨੀਆ ਭਰ ਵਿੱਚ ਸਿਜਦਾ ਹੀ ਲੋਕ ਕਰਦੇ ਨੇ, ਉਹ ਯਾਦ ਰੱਖੀਆਂ ਜਾਂਦੀਆਂ ਪੁਸ਼ਤ ਦਰ ਪੁਸ਼ਤ, ਲੋਕ ਉਹਨਾਂ ਨੂੰ ਭੁਲਾ ਨਹੀਂ ਸਕਦੇ। ਪਰ ਅੱਜ ਦੇ ਦਿਨ ਇੱਕ ਲੋੜ ਹੈ ਕਿ ਸਾਡੇ ਬਹੁਤ ਸਾਰੇ ਨੌਜਵਾਨ ਇਸ ਨਾਮ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ, ਸੋ ਲੋੜ ਹੈ ਇਸ ਇਤਿਹਾਸ ਨੂੰ ਜ਼ਿੰਦਾ ਰੱਖਣ ਦੀ। ਮੈਂ ਹਰ ਵਾਰ ਦੀ ਤਰ੍ਹਾਂ ਫਿਰ ਇਸ ਵਾਰ ਤੁਹਾਨੂੰ ਸਲਾਮ ਕਰਦੀ ਹਾਂ, ਸਿਜਦਾ ਕਰਦੀ ਹਾਂ, ਕਿਉਂਕਿ ਤੁਸੀਂ ਇੰਨੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ। ਸ਼ਾਇਦ ਆਉਣ ਵਾਲੀਆਂ ਪੁਸ਼ਤਾਂ ਫਖਰ ਕਰਨਗੀਆਂ, ਕਿਉਂਕਿ ਕੁਝ ਚੀਜ਼ਾਂ ਜੋ ਇਤਿਹਾਸ ਵਿੱਚ ਰੁਲ ਜਾਣੀਆਂ ਸੀ, ਤੁਸੀਂ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਤੇ ਇਹ ਯਾਦਾਂ ਉਜਾਗਰ ਕਰ ਰਹੇ ਹੋ, ਇਤਿਹਾਸ ਫਿਰ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ, ਤਾਂ ਕਿ ਅਸੀਂ ਇਹ ਮਾਣਮੱਤੀਆਂ ਸ਼ਖਸੀਅਤਾਂ ਨੂੰ ਭੁਲਾ ਨਾ ਦਈਏ। ਸੋ ਬਹੁਤ ਤੁਹਾਡਾ ਧੰਨਵਾਦ ਕਿ ਅਜਿਹੇ ਪ੍ਰੋਗਰਾਮ ਤੁਸੀਂ ਸਮਾਂ ਕੱਢਦੇ ਹੋ, ਤੇ ਅਸੀਂ ਘੱਟੋ ਘੱਟ ਅੱਜ ਦੇ ਦਿਨ ਇਹੋ ਜਿਹੀ ਕੁਰਬਾਨੀ ਤੋਂ ਇਹ ਤਾਂ ਸਿੱਖ ਹੀ ਸਕਦੇ ਹਾਂ ਕਿ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਤੇ ਅਸੀਂ ਟਿਕੇ ਰਹਿੰਦੇ ਹਾਂ, ਮਿਸਾਲ ਵਜੋਂ ਮੇਰਾ ਘਰ, ਮੇਰੇ ਮਹਿਲ ਮਾੜੀਆਂ, ਮੇਰੀਆਂ ਕਾਰਾਂ, ਇਹ ਜ਼ਰਾ ਮੇਰਾ ਛੱਡ ਕੇ ਜਿਸ ਦਿਨ ਸਮਝ ਆ ਜਾਏਗਾ ਕਿ ਪਲ ਛਿਨ ਦਾ ਕੰਮ ਹੁੰਦਾ ਜੇ, ਹਮ ਆਦਮੀ ਹਾਂ ਇੱਕ ਦਮੀ, ਸੋ ਨਾਲ ਤੇ ਅਸੀਂ ਕੁਝ ਲੈ ਕੇ ਜਾਣਾ ਹੀ ਨਹੀਂ, ਪਰ ਪਿਛਾਂ ਕੀ ਛੱਡ ਕੇ ਚੱਲੇ ਆ ਕਿ ਜਾਇਦਾਦ ਉਹ ਸਾਡੀ ਯਾਦ ਕਿਸੇ ਨੂੰ ਬਣਾ ਸਕੇਗੀ, ਕਦੇ ਵੀ ਨਹੀਂ। ਪਰ ਜਦੋਂ ਅਸੀਂ ਕੁਝ ਅਜਿਹਾ ਕੰਮ ਕਿਸੇ ਹੋਰ ਲਈ ਕਰ ਜਾਈਏ ਤਾਂ ਵਾਕਈ ਅਸੀਂ ਕੁਝ ਨਾ ਕੁਝ ਪਿਛਾਂ ਅਜਿਹਾ ਛੱਡ ਦਿੰਦੇ ਆ ਜੋ ਲੋਕਾਂ ਦੇ ਮਨਾਂ ਵਿੱਚ ਸਾਡੀ ਯਾਦ ਨੂੰ ਜ਼ਿੰਦਾ ਰੱਖਦਾ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਹਰਸ਼ਿੰਦਰ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਔਰ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਤੁਸੀਂ ਇਤਿਹਾਸ ਚੋਂ ਇੰਨੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੋ, ਜਿਹੜੀ ਮੈਨੂੰ ਲੱਗਦਾ ਕਿ ਅੱਜ ਸਾਡੀ ਕੌਮ ਭੁੱਲੀ ਬੈਠੀ ਆ, ਕਿ ਇਹਨਾਂ ਦੀਆਂ ਕੁਰਬਾਨੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ, ਤਾਂ ਕਿ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਇਹਨਾਂ ਤੇ ਫਖਰ ਕਰ ਸਕਣ ਔਰ ਇਹਨਾਂ ਤੋਂ ਸਿੱਖ ਸਕਣ, ਕਿਉਂਕਿ ਇਤਿਹਾਸ ਇਸੇ ਕਰਕੇ ਜਾਣਿਆ ਜਾਂਦਾ, ਇਸੇ ਕਰਕੇ ਸਾਡੇ ਲਈ ਮਹੱਤਵਪੂਰਨ ਹੁੰਦਾ, ਤਾਂ ਕਿ ਅਸੀਂ ਉਹਨਾਂ ਤੋਂ ਚੰਗੀਆਂ ਗੱਲਾਂ ਸਿੱਖ ਕੇ ਆਪਣਾ ਫਿਊਚਰ ਜਿਹੜਾ ਉਹਨੂੰ ਅਸੀਂ ਉਜਵਲ ਬਣਾ ਸਕੀਏ, ਤੇ ਜੇ ਕਿਸੇ ਨੇ ਕੋਈ ਗਲਤੀਆਂ ਕੀਤੀਆਂ ਤੇ ਉਹਨਾਂ ਗਲਤੀਆਂ ਨੂੰ ਸਿੱਖ ਕੇ ਅਸੀਂ ਆਪਣਾ ਅੱਗਾ ਸੁਧਾਰ ਸਕੀਏ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਰੇਡੀਓ ਨੂੰ ਦਿੰਦੇ ਹੋ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।